ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਇੱਕ ਵਾਰ ਫਿਰ ਤੋਂ ਇੱਕ ਨਵੀਂ ਸਵੇਰ ਔਰ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਖਬਾਰਨਾਮਾ ਵੇਕਅਪ ਕਾਲ ਹੈ ਤੁਹਾਨੂੰ ਸਾਰਿਆਂ ਨੂੰ। ਗੁੱਡ ਮਾਰਨਿੰਗ ਐਂਡ ਸ਼ੁਰੂ ਕਰਦੇ ਹਾਂ ਅੱਜ ਦਾ ਅਖਬਾਰਨਾਮਾ। ਔਰ ਪਹਿਲੀ ਅਖਬਾਰ ਜਿਹੜੀ ਹੈ ਅਮਰੀਕਨ ਅਖਬਾਰ ਹੈ US ਟੂਡੇ ਐਂਡ US ਟੂਡੇ ਜਿਹੜੀ ਹੈ ਉਹਨੇ ਤਾਜ਼ਾ ਜਿਹੜੀ ਹੈਡਲਾਈਨ ਬਣਾਈ ਹੈ ਉਹ ਬਾਈਡਨ ਦੀ ਹੈ। ਔਰ ਬਾਈਡਨ ਟੈਲਸ ਸੈਨੇਟ ਡੈਮੋਕ੍ਰੇਟਸ ਦਾ GOP ਕੋਵਿਡ ਪਲਾਨ ਇਜ਼ ਵੇ ਟੂ ਸਮਾਲ। ਅੱਗੇ ਦੇਖਿਆ ਸੀ ਕਿ ਦੋਵੇਂ ਜਿਹੜਾ ਹੈ ਰਿਪਬਲਿਕਨ ਦੇ 10 ਜਿਹੜੇ ਸੈਨੇਟ ਸੀਗੇ ਐਂਡ ਉਸ ਤੋਂ ਇਲਾਵਾ ਜਿਹੜੇ ਡੈਮੋਕ੍ਰੇਟ ਸੀਗੇ ਯਾਨੀ ਜੋ ਬਾਈਡਨ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਦੇ ਵਿੱਚ ਲਗਾਤਾਰ ਕਲੈਸ਼ ਹੋਣੇ ਸ਼ੁਰੂ ਹੋ ਗਏ ਨੇ ਐਂਡ ਸਮਝੌਤਾ ਨਹੀਂ ਹੋ ਰਿਹਾ ਪੈਕੇਜ ਨੂੰ ਲੈ ਕੇ। ਜਿਹੜਾ ਕੋਵਿਡ ਨੂੰ ਪੈਕੇਜ ਦਿੱਤਾ ਹੈ ਉਹਨੂੰ ਲੈ ਕੇ ਸਮਝੌਤਾ ਨਹੀਂ ਹੋ ਰਿਹਾ। ਇਸ ਲਈ ਬਾਰ-ਬਾਰ ਜਿਹੜੀ ਗੱਲ ਹੈ ਔਰ ਖਬਰ ਹੈ ਉਹ ਲਗਾਤਾਰ ਸਾਡੇ ਸਾਹਮਣੇ ਆ ਰਹੀ ਹੈ। ਫਿਲਹਾਲ ਇਸੇ ਖਬਰ ਦੇ ਵਿੱਚ ਜਿਹੜਾ ਹੈ ਜੋ ਲਿਖਿਆ ਗਿਆ ਹੈ ਉਹ ਮੈਂ ਥੋੜਾ ਜਿਹਾ ਹੈਡਲਾਈਨਸ ਪੜ੍ਹਦਾ ਜਿਹੜੀਆਂ ਸਬ ਹੈਡਲਾਈਨਸ ਬਣਾਈ ਹੋਈ ਇਹਨਾਂ ਨੇ। ਪ੍ਰੈਜ਼ੀਡੈਂਟ ਜੋ ਬਾਈਡਨ ਟੋਲਡ ਅ ਗਰੁੱਪ ਆਫ 10 Republican senators their roughly $600 billion counter offer on COVID-19 stimulus package was way too small। ਉਹਨਾਂ ਨੇ ਕਹਿ ਦਿੱਤਾ, ਜੋ ਬਾਈਡਨ ਨੇ ਕਹਿ ਦਿੱਤਾ ਕਿ ਜਿਹੜਾ $600 ਬਿਲੀਅਨ ਦਾ ਜਿਹੜਾ ਤੁਸੀਂ ਪੈਕੇਜ ਕਹਿ ਰਹੇ ਹੋ ਉਹ ਬਹੁਤ ਜ਼ਿਆਦਾ ਘੱਟ ਹੈ COVID-19 ਦੇ ਲਈ। COVID-19 ਨੇ ਦੁਨੀਆ ਭਰ ਨੂੰ ਹਿੱਟ ਕੀਤਾ ਹੈ, ਪਰ ਅਮਰੀਕਾ ਇੱਦਾਂ ਦੀ ਕੰਟਰੀ ਹੈ ਜਿੱਥੇ ਸਭ ਤੋਂ ਜ਼ਿਆਦਾ ਇਸ ਵਾਇਰਸ ਨੇ ਹਿੱਟ ਕੀਤਾ ਹੈ ਔਰ ਲਗਾਤਾਰ ਅਜੇ ਵੀ ਆਪਣੀ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ। ਹਾਲਾਂਕਿ ਕੰਪੇਅਰ ਕਰੀਏ ਜੇ ਪਹਿਲੇ ਕੇਸਿਸ ਦੇ ਤੇ ਹੁਣ ਕੇਸਿਸ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਘੱਟ ਹੋਇਆ। ਇੱਕ ਹੈਲਥ ਸਿਸਟਮ ਜਿਹੜਾ ਹੈ ਅਮਰੀਕਾ ਦਾ ਹੈਲਥ ਸਿਸਟਮ ਸਭ ਤੋਂ ਚੰਗਾ ਹੈਲਥ ਸਿਸਟਮ ਵੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਮੈਨੇਜ ਕੀਤਾ ਹੈ ਕਿ ਹਰ ਕਿਸੇ ਨੂੰ ਇੱਕ ਪਾਰਟਿਕੂਲਰ ਤਰੀਕੇ ਦੇ ਨਾਲ ਸਹਾਇਤਾ ਮਿਲ ਰਹੀ ਹੈ। ਸੋ ਫਿਲਹਾਲ ਜੋ ਬਾਈਡਨ ਦੀ ਇਹ ਜਿਹੜੀ ਤਕਰੀਰ ਹੈ, ਜੋ ਬਾਈਡਨ ਨੇ ਜੋ ਕਿਹਾ ਹੈ, ਇਸ ਉੱਤੇ ਕੀ ਰਿਐਕਸ਼ਨ ਆਉਂਦਾ ਹੈ ਕੱਲ੍ਹ ਦੀਆਂ ਖਬਰਾਂ ਦੇ ਵਿੱਚ, ਕੱਲ੍ਹ ਦੇ ਮੀਡੀਆ ਦੇ ਵਿੱਚ ਜ਼ਰੂਰ ਛਪੇਗਾ। ਫਿਲਹਾਲ ਜੋ ਉਹਨਾਂ ਨੇ ਕਿਹਾ ਹੈ ਉਹ ਐਜ਼ ਇਟ ਇਜ਼ ਮੈਂ ਪੜ੍ਹ ਰਿਹਾ ਹਾਂ। ਹੀ ਸੈਡ ਦੈਟ ਹੀ ਟੋਲਡ ਸੀਨੇਟ ਰਿਪਬਲਿਕਨ ਦੈਟ ਦ $600 billion they propose is way too small, Senate Majority Leader told reporter following the Senate Democrat meeting। ਵੈਲ ਜਿਹੜੀ ਗੱਲ ਕਰੀਏ ਤਾਂ ਜੇ ਬਾਈਡਨ ਸਾਹਿਬ ਦੀ ਗੱਲ ਕਰੀਏ ਤਾਂ 1.9 ਟ੍ਰਿਲੀਅਨ ਦਾ ਜਿਹੜੀ ਇੱਕ ਰਾਹਤ ਪੈਕੇਜ ਦੀ ਗੱਲ ਹੋ ਰਹੀ ਹੈ ਔਰ ਲਗਾਤਾਰ ਜਿਹੜਾ ਰਿਪਬਲਿਕਨ ਹੈ ਉਹਨਾਂ ਦੇ ਵੱਲੋਂ ਸਹਿਮਤੀ ਜਿਹੜੀ ਹੈ ਨਹੀਂ ਹੋ ਰਹੀ। ਪਿੱਛੇ ਜਿਹੀ ਅਸੀਂ ਖਬਰ ਪੜ੍ਹੀ ਸੀ ਕਿ ਉਹ ਉੱਥੇ ਜਾ ਕੇ ਯਾਨੀ ਕਿ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੁੰਦੀ ਹੈ 10 ਰਿਪਬਲਿਕਨਸ ਦੀ, ਪਰ ਉਸ ਤੋਂ ਬਾਅਦ ਵੀ ਜੋ ਬਾਈਡਨ ਨੇ ਆਪਣਾ ਸਟੈਂਡ ਰਿਹਾ ਔਰ ਉਸ ਤੋਂ ਬਾਅਦ ਕਿਹਾ ਕਿ ਵੀ ਆਰ ਸਰਚ ਅ ਨਿਊ ਪੁਆਇੰਟ ਜਿੱਥੇ ਅਸੀਂ ਦੋਵੇਂ ਸਹਿਮਤ ਹੋ ਸਕਦੇ ਹਾਂ। ਫਿਲਹਾਲ ਇਸੇ ਅਖਬਾਰ ਨੇ ਜਿਹੜੀ ਅਗਲੀ ਖਬਰ ਛਾਪੀ ਹੈ ਉਹ ਹਿਊਮਨ ਟੱਚ ਵਾਲੀ ਖਬਰ ਹੈ। ਕੈਪੀਟਲ ਪੁਲਿਸ ਆਫਿਸਰ ਬ੍ਰੇਨ ਸਿਕਨਿਕ ਲਾਈਜ਼ ਇਨ ਆਨਰ ਐਟ ਕੈਪੀਟਲ, ਬਾਈਡਨ ਪੇਜ਼ ਰਿਸਪੈਕਟ। ਇਹ ਖਬਰ ਜਿਹੜੀ ਹੈ 6 ਜਨਵਰੀ ਨੂੰ ਜਿਹੜਾ ਕੈਪੀਟਲ ਹਿੱਲ ਅਮਰੀਕਾ ਦੇ ਵਿੱਚ ਹੋਇਆ ਸੀ ਹਮਲਾ, ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸੀਗੇ ਸਿਕਨਿਕ ਹੋਣੀ, ਉਹਨਾਂ ਦੇ ਨੂੰ ਜਿਹੜਾ ਹੈ ਇੱਕ ਕਹਿ ਲਿਓ ਕਿ ਸਰਕਾਰੀ ਸਨਮਾਨ ਜਿਹੜਾ ਹੈ ਮਿਲਿਆ ਹੈ, ਇੱਕ ਪ੍ਰੈਜ਼ੀਡੈਂਟਲ ਸਨਮਾਨ ਜਿਹੜਾ ਹੈ ਉਹਦੇ ਨਾਲ ਉਹਨਾਂ ਨੂੰ ਯਾਦ ਕੀਤਾ ਗਿਆ। ਜੇ ਇਸ ਖਬਰ ਦੀ ਗੱਲ ਕਰੀਏ ਤਾਂ ਇੱਕ ਖਬਰ ਦੇ ਵਿੱਚ ਜਿਹੜਾ ਹੈ ਇਹ ਦੱਸਿਆ ਗਿਆ ਹੈ ਕਿ ਕੈਪੀਟਲ ਪੁਲਿਸ ਆਫਰ ਬ੍ਰੈਨ ਸਿਕਨਿਕ ਹੂ ਡਾਈਡ ਫਰਮ ਦ ਇੰਜਰੀ ਸਸਟੇਨ ਡਿਊਰਿੰਗ ਅ 6 ਜੈਨ ਰਾਇਟ ਐਟ ਦ ਕੈਪੀਟਲ ਹਿੱਲ, ਇਹਨਾਂ ਨੂੰ ਜਿਹੜਾ ਹੈ ਸ਼ਰਧਾਂਜਲੀ ਦੇਣ ਦੇ ਲਈ ਜੋ ਬਾਈਡਨ ਦੇ ਆਏ ਹੈ, ਨਾਲ ਹੀ ਉਹਨਾਂ ਦੀ ਜਿਹੜੀ ਫਸਟ ਲੇਡੀ ਆਫ ਅਮਰੀਕਾ ਹੈ ਜਿਲ ਬਾਈਡਨ ਉਹ ਵੀ ਮੌਜੂਦ ਰਹੇ। ਪ੍ਰੈਜ਼ੀਡੈਂਟ ਜੋ ਬਾਈਡਨ ਅਰਾਈਵਡ ਐਟ ਦ ਕੈਪੀਟਲ ਹਿੱਲ ਟੂ ਪੇ ਹਿਜ਼ ਰਿਸਪੈਕਟ ਟੂ ਦ ਫੈਲਨ ਆਫਿਸਰ ਐਟ ਅਬਾਊਟ 10 PM ਔਨ ਟਿਊਜ਼ਡੇ ਅਲੋਂਗਸਾਈਡ ਫਸਟ ਲੇਡੀ ਜਿਲ ਬਾਈਡਨ ਇਜ਼ ਆਲਸੋ ਦੇਅਰ। ਸੋ ਇੱਕ ਬਹੁਤ ਵੱਡੀ ਖਬਰ ਹੈ। ਹਰ ਨਿਊਜ਼ਪੇਪਰ ਨੇ, ਅਮਰੀਕਨ ਨਿਊਜ਼ਪੇਪਰ ਨੇ ਜਿਹੜਾ ਹੈ ਇਸ ਨੂੰ ਆਪਣੀ ਹੈਡਲਾਈਨ ਬਣਾਇਆ ਹੈ। ਜਦੋਂ ਵੀ ਕੋਈ ਆਪਾਂ ਕਹਿ ਲਈਏ ਕਿ ਮਿਲਟਰੀ ਸੋਲਜਰ ਜਿਹੜਾ ਹੈ ਦੇਸ਼ ਦੇ ਲਈ ਜਾਨ ਵਾਰਦਾ ਹੈ ਤੇ ਉਹਦਾ ਮਾਨ ਸਨਮਾਨ ਜਿਹੜਾ ਹੈ ਉਹ ਬਣਦਾ ਹੈ, ਉਹ ਹੋਣਾ ਬਹੁਤ ਜ਼ਰੂਰੀ ਹੈ। ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਕਿ ਇਹਨਾਂ ਨੇ ਕੁਝ ਹੈਡਲਾਈਨਸ ਵੀ ਬਣਾਈਆਂ ਜਿਨ੍ਹਾਂ ਦੇ ਵਿੱਚ ਕਾਊਂਟਰ ਅਲਾਉਜ਼ ਐਕਸਕਿਊਜ਼ਡ ਕੈਪੀਟਲ ਰਾਇਟਰ ਟੂ ਟੇਕ ਮੈਕਸੀਕਨ ਵੈਕੇਸ਼ਨ, ਇਹ ਇੱਕ ਟੌਪ ਹੈਡਲਾਈਨ ਹੈ US ਟੂਡੇ ਦੀ। ਵੈਲ ਜੇ ਮੈਂ ਵਾਲ ਸਟਰੀਟ ਜਰਨਲ ਦੀ ਗੱਲ ਕਰਾਂ ਤੇ ਵਾਲ ਸਟਰੀਟ ਜਰਨਲ ਨੇ ਜਿਹੜਾ ਹੈ ਇੱਕ ਜੈਫ ਬੈਜ਼ੋਸ ਦੀ ਗੱਲ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ਟੂ ਸਟੈਪ ਡਾਊਨ ਐਜ਼ ਐਮਾਜ਼ਨ CEA ਜੈਸੀ ਟੂ ਟੇਕ ਓਵਰ। ਜੈਸੀ ਇੱਕ ਸਰਟਨ ਜਿਹੜਾ ਹੈ ਸਟੇਟਮੈਂਟ ਆਈ ਹੈ ਕਿ ਜਿਹੜੇ ਐਮਾਜ਼ਨ ਜਿਹੜਾ ਕਿ ਬਹੁਤ ਵੱਡਾ ਬਿਜ਼ਨਸ ਗਾਇੰਟ ਹੈ ਔਰ ਸੋਸ਼ਲੀ ਬਹੁਤ ਜਿਹੜਾ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਪੋਪੂਲਰ ਹੈ ਔਰ ਇੱਕ ਤਰੀਕੇ ਦੇ ਨਾਲ ਈ-ਕਮਰਸ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲਰ ਜੇ ਕੁਝ ਹੋਇਆ ਹੈ ਤੇ ਉਹ ਐਮਾਜ਼ਨ ਹੈ। ਫਿਲਹਾਲ ਦ ਐਮਾਜ਼ਨ ਫਾਊਂਡਰ ਵਿਲ ਸ਼ਿਫਟ ਟੂ ਐਗਜ਼ੀਕਿਊਟਿਵ ਚੇਅਰਮੈਨ ਐਂਡ ਹੈਂਡਡ ਓਵਰ ਦ CEO role later this year to Andy Jassy, who has run the company's becoming cloud computing business। The surprise announcement came as the company capped off its 2020 financial performance with the record quarterly sales। ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਐਮਾਜ਼ਨ ਇੱਦਾਂ ਦੀ ਸਾਈਡ ਹੈ, ਈ-ਕਮਰਸ ਸਾਈਡ ਹੈ ਜਿਹਨੇ ਰਿਕਾਰਡ ਕਾਇਮ ਕੀਤਾ ਹੈ। ਔਰ ਜਦੋਂ ਕਰੋਨਾ ਦੀ ਗੱਲ ਕਰਦੇ ਹਾਂ ਤਾਂ ਕਰੋਨਾ ਦੇ ਟਾਈਮ ਜਿਹੜਾ ਹੈ ਸਭ ਤੋਂ ਜ਼ਿਆਦਾ ਇਸ ਸਾਈਡ ਦੇ ਉੱਤੇ ਵਿਜ਼ਿਟ ਹੋਇਆ
ਆਰਡਰ ਹੋਏ ਐਂਡ ਇਸ ਨੇ ਬਹੁਤ ਜ਼ਿਆਦਾ ਬਿਜ਼ਨਸ ਕੀਤਾ। ਔਰ ਜਦੋਂ ਇਹ ਆਪਣਾ ਇੱਕ ਜਿਹੜਾ ਫਾਈਨੈਂਸ਼ੀਅਲ ਈਅਰ ਜਿਹੜਾ ਹੈ ਰੈਪ ਕਰ ਰਹੇ ਹੈ, ਕੈਪ ਲਗਾ ਰਹੇ ਹੈ, ਉਦੋਂ ਇਹ ਸਟੇਟਮੈਂਟ ਪਾਉਣੀ ਇੱਕ ਤਰੀਕੇ ਦੇ ਨਾਲ ਸਟਨਿੰਗ ਸਟੇਟਮੈਂਟ ਹੈ। ਐਗਜ਼ੀਕਿਊਟਿਵ ਚੇਅਰ ਜਿਹੜੀ ਹੈ ਉਹਨੂੰ ਇਹ ਵੇਖਣਗੇ ਅੱਗੇ ਤੋਂ ਜੈਫ ਹੁਣੀ, ਐਂਡ ਇਹਨਾਂ ਦੇ ਜਿਹੜੇ ਨਵੇਂ ਮਿਸਟਰ ਜੈਸੀ ਜਿਹੜੇ ਨੇ ਉਹ ਨਵੇਂ CEO ਆਉਣਗੇ। ਦੇਖਣ ਵਾਲੀ ਗੱਲ ਹੈ ਕਿ ਕਿਵੇਂ ਕਰਦੇ ਨੇ। ਵੈਸੇ ਜੈਸੀ ਉਹ ਬੰਦਾ ਹੈ ਜਿਹੜਾ ਲਗਾਤਾਰ ਪ੍ਰਮੋਟ ਕਰ ਰਿਹਾ ਹੈ ਐਮਾਜ਼ੋਨ ਨੂੰ, ਔਰ ਇਸ ਤੋਂ ਬਾਅਦ ਐਮਾਜ਼ੋਨ ਬਾਰੇ ਕੀ ਕਿਹਾ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਐਮਾਜ਼ੋਨ ਕੰਮ ਕਰੇਗੀ, ਉਹ ਦੇਖਿਆ ਜਾਵੇਗਾ। ਇਸ ਖਬਰ ਦੀ ਗੱਲ ਕਰਾਂ ਤਾਂ ਇਸ ਖਬਰ ਦੇ ਵਿੱਚ ਜਿਹੜਾ ਹੈ ਵੱਖਰੇ ਵੱਖਰੇ ਜਿਹੜੇ ਸਬ ਹੈਡਲਾਈਨਸ ਬਣੇ ਹੋਏ ਨੇ। ਜਿਹੜੀ ਫਸਟ ਹੈਡਲਾਈਨ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹ ਲਿਖਿਆ ਹੈ ਹੂ ਇਜ਼ ਇਨਕਮਿੰਗ CEO ਐਂਡੀ ਜਰਸੀ। ਐਂਡੀ ਜਰਸੀ ਕੌਣ ਨੇ ਜਿਹੜੇ ਕਿ ਅਪਕਮਿੰਗ CEO ਨੇ ਐਮਾਜ਼ੋਨ ਈ-ਕਮਰਸ ਗਾਇਡ ਤੇ। ਇਸ ਤੋਂ ਇਲਾਵਾ ਐਮਾਜ਼ੋਨ ਦੀ ਗੱਲ ਕੀਤੀ ਗਈ ਹੈ ਕਿ ਐਮਾਜ਼ੋਨ ਜਿਹੜਾ ਹੈ ਉਹ ਕਿਵੇਂ ਇਸ ਜਗ੍ਹਾ ਦੇ ਉੱਤੇ ਮਤਲਬ ਇਸ ਪਲੇਸ ਦੇ ਉੱਤੇ ਕਿਵੇਂ ਹਿੱਟ ਕਰ ਗਿਆ, ਰੀਚ ਕਿਵੇਂ ਹੋਈ ਉਸਦੀ, ਕਿਵੇਂ ਉਸਦਾ ਸਟਰਗਲ ਰਿਹਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਟਾਈਮ ਜਿਹੜਾ ਹੈ ਵਾਲ ਸਟਰੀਟ ਜਰਨਲ ਨੇ ਵੱਖਰੇ ਵੱਖਰੇ ਤਰੀਕੇ ਨਾਲ ਲਿਖੀਆਂ ਹੈ। ਇਸ ਤੋਂ ਇਲਾਵਾ ਜੈਫ ਬੇਜ਼ੋਸ ਫਾਊਂਡਰ ਐਮਾਜ਼ੋਨ ਮੋਰ ਦੈਨ 26 ਈਅਰ ਅਗੋ, ਹੇਅਰ ਇਜ਼ ਵਾਟ ਹੀ ਅਚੀਵਡ। ਪੂਰੀ ਹਿਸਟਰੀ ਦੱਸੀ ਹੈ ਕਿ ਕਿਵੇਂ ਐਮਾਜ਼ੋਨ ਜਿਹੜੀ ਹੈ ਉਹ ਫਾਊਂਡ ਹੋਈ, ਉਹਦੀ ਹਿਸਟਰੀ ਦੱਸੀ ਹੈ ਐਂਡ ਕੀ ਉਹਨਾਂ ਨੇ ਅਚੀਵ ਕੀਤਾ ਹੈ, ਇਸ ਨੂੰ ਲਾਈਨ ਕੀਤਾ ਹੈ। ਸੋ ਇੱਕ ਦਿਨ ਦੀ ਸ਼ੁਰੂਆਤ ਦੇ ਲਈ ਇੱਕ ਨੌਲੇਜੇਬਲ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਨਾਲ ਸਟਾਰਟ ਕੀਤਾ ਜਾ ਸਕਦਾ ਹੈ ਐਂਡ ਤੁਸੀਂ ਵਾਲ ਸਟਰੀਟ ਜਰਨਲ ਜਿਹੜਾ ਹੈ ਉਹਨੂੰ ਵਿਜ਼ਿਟ ਕਰ ਸਕਦੇ ਹੋ। ਫਿਲਹਾਲ ਇਸ ਤੋਂ ਇਲਾਵਾ ਜਿਹੜਾ ਹੈ ਮਿਆਂਮਾਰ ਦੀ ਖਬਰ ਜਿਹੜੀ ਹੈ ਉਹ ਸੈਕਿੰਡ ਹੈਡਲਾਈਨ ਬਣੀ ਹੈ ਇਹਨਾਂ ਦੀ। ਪ੍ਰੈਜ਼ੀਡੈਂਟ ਬਾਈਡਨ ਸੈਡ ਹੀ ਵੁੱਡ ਆਊਟ ਟੂ ਪਾਰਟਨਰਸ ਇਨ ਦ ਰੀਜਨ ਫॉर ਹੈਲਪ, ਟੈਸਟਿੰਗ ਹਿਜ਼ ਪ੍ਰੋਮਿਸ ਟੂ ਮਾਰਸ਼ਲ ਦ ਵਰਲਡਸ ਡੈਮੋਕ੍ਰੇਸੀਜ਼ ਅਗੇਂਸਟ ਅਥੋਰੀਟੇਰੀਅਨ ਸਟੇਟਸ। ਮਿਆਂਮਾਰ ਦੇ ਵਿੱਚ ਜਿਹੜਾ ਹੈ ਮਿਆਂਮਾਰ ਜਿਹੜਾ ਬਹੁਤ ਲਗਾਤਾਰ ਸਟਰਗਲ ਕਰ ਰਿਹਾ ਹੈ ਕਿ ਮਿਲਟਰੀ ਤੋਂ ਡੈਮੋਕ੍ਰੇਸੀ ਵੱਲ ਵੱਧਦਾ ਰਿਹਾ ਹੈ, ਉਸ ਨੂੰ ਲੈ ਕੇ ਜਿਹੜਾ ਹੈ ਗੱਲਬਾਤ ਹੋ ਰਹੀ ਹੈ। ਸਾਨੂੰ ਪਤਾ ਹੈ ਕਿ ਸਾਨੂੰ ਪਤਾ ਹੈ ਕਿ ਮਿਆਂਮਾਰ ਦੇ ਵਿੱਚ ਹੈ ਡਿਕਲੇਅਰਡ ਐਮਰਜੈਂਸੀ ਚੱਲ ਰਹੀ ਹੈ, ਲਗਾਤਾਰ ਉੱਥੇ ਮਿਲਟਰੀ ਜਿਹੜੀ ਹੈ ਉਹ ਆਪਣਾ ਦਬਦਬਾ ਬਣਾਏ ਰੱਖਿਆ ਹੈ ਔਰ ਇਸ ਨਿਊਜ਼ ਨੂੰ ਜਿਹੜਾ ਹੈ ਉਹਦੇ ਨਾਲ ਵੇਖਿਆ ਜਾ ਰਿਹਾ ਹੈ। ਅੱਗੇ ਵਧਦੇ ਹਾਂ ਤੇ ਅੱਗੇ ਵਧਦੇ ਦੇਖਦੇ ਹਾਂ ਕਿ ਵਾਸ਼ਿੰਗਟਨ ਪੋਸਟ ਨੇ ਜਿਹੜਾ ਆਪਣੀ ਹੈਡਲਾਈਨਸ ਦੇ ਵਿੱਚ ਕੀ ਲਿਖਿਆ ਹੈ। ਵਾਸ਼ਿੰਗਟਨ ਪੋਸਟ ਨੇ ਇੱਕ ਪ੍ਰਾਊਡ ਆਰਮੀ ਨਾਲ ਰਿਲੇਟਡ ਜਿਹੜੀ ਇੱਕ ਖਬਰ ਹੈ ਉਹ ਆਪਣੀ ਹੈਡਲਾਈਨ ਦੇ ਵਿੱਚ ਜਿਹੜੀ ਹੈ ਬਣਾਈ ਹੈ, ਉਸਨੂੰ ਹੈਡਲਾਈਨ ਬਣਾਇਆ ਹੈ, ਉਸਨੂੰ ਹੈਡਲਾਈਨ ਦੇ ਵਿੱਚ ਛਾਪਿਆ ਹੈ। ਵਾਸ਼ਿੰਗਟਨ ਪੋਸਟ ਨੇ ਜਿਹੜੀ ਆਪਣੀ ਹੈਡਲਾਈਨ ਬਣਾਈ ਹੈ ਉਹ ਪ੍ਰਾਊਡ ਆਰਮੀ ਨੂੰ ਲੈ ਕੇ ਬਣਾਈ ਹੈ। ਲਿਖਿਆ ਹੈ ਪ੍ਰਾਊਡ ਬॉयਜ਼ ਐਂਡ ਬਲੈਕ ਲਾਈਵਜ਼ ਮੈਟਰ ਐਕਟਿਵਿਸਟ ਕਲੈਸ਼ਡ ਇਨ ਫਲੋਰੀਡਾ ਸਬਰਬ, ਓਨਲੀ ਵਨ ਸਾਈਡ ਵਾਜ਼ ਚਾਰਜਡ। ਕਿ ਦੋਨਾਂ ਦੇ ਵਿੱਚ ਕਲੈਸ਼ ਹੋ ਗਿਆ। ਜਿਹੜੇ ਐਕਟਿਵਿਸਟ ਸੀਗੇ ਜਿਹੜੇ ਜਾਰਜ ਫਲਾਈਡ ਦੇ ਲਈ ਜਸਟਿਸ ਦੇ ਲਈ ਕੰਮ ਕਰ ਰਹੇ ਨੇ ਔਰ ਪ੍ਰਾਊਡ ਆਰਮੀ ਦੇ ਲਈ ਕੰਮ ਕਰ ਰਹੇ ਨੇ। ਅਸੀਂ ਲਗਾਤਾਰ ਦੇਖਿਆ ਕਿ ਹਾਰਡਲਾਈਨਰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਣ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਭਾਰਤ ਹੈ, ਚਾਹੇ ਮਿਆਂਮਾਰ ਹੈ, ਚਾਹੇ ਪਾਕਿਸਤਾਨ ਹੈ, ਇਹ ਕਿਤੇ ਨਾ ਕਿਤੇ ਦੁਨੀਆ ਦੇ ਲਈ ਬਹੁਤ ਵੱਡਾ ਖਤਰਾ ਹੈ। ਹੁਣ ਕੈਪੀਟਲ ਹਿੱਲ ਦੇ ਉੱਤੇ ਜੋ ਹਮਲਾ ਹੁੰਦਾ ਹੈ 6 ਜਨਵਰੀ ਨੂੰ, ਦੁਨੀਆ ਭਰ ਦੇ ਵਿੱਚ ਹਰ ਜਗ੍ਹਾ ਤੋਂ ਇਸ ਹਮਲੇ ਦੀ ਘੋਰ ਨਿੰਦਾ ਹੁੰਦੀ ਹੈ ਕਿਉਂਕਿ ਸੰਸਦ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਨੂੰ ਜਿਹੜਾ ਹੈ ਪਾਸ ਕਰਨ ਵਾਲਾ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਲਾਅ ਐਂਡ ਆਰਡਰ ਜਿਹੜਾ ਹੈ ਉੱਥੇ ਪ੍ਰੋਪਰ ਨਾ ਰਹੇ, ਉੱਥੇ ਲੋਕਾਂ ਨੂੰ ਖਤਰਾ ਮਹਿਸੂਸ ਹੋ ਜਾਵੇ ਤੇ ਕੋਈ ਵੀ ਜਿਹੜਾ ਆਪਣਾ ਵੌਇਸ ਆਫ ਐਕਸਪ੍ਰੈਸ਼ਨ ਹੈ ਉਹਨੂੰ ਕਲੀਅਰਲੀ ਫਰੀਲੀ ਜਿਹੜਾ ਹੈ ਉਹ ਐਕਸਰਸਾਈਜ਼ ਨਹੀਂ ਕਰ ਸਕਦਾ। ਸੋ ਇੱਕ ਤਰੀਕੇ ਦੇ ਨਾਲ ਹੁਣ ਜੋ ਪ੍ਰਾਊਡ ਆਰਮੀ ਕਰ ਰਹੀ ਹੈ ਉਹ ਹੈ ਜੋ ਹਾਰਡਲਾਈਨਰ ਚਾਹੁੰਦੇ ਨੇ ਕਿ ਅਸੀਂ ਕਰੀਏ। ਨੋ ਡਾਊਟ ਅਮਰੀਕਾ ਦੇ ਲਈ ਟਰੰਪ ਇੱਦਾਂ ਦੇ ਲੀਡਰ ਰਹੇ ਨੇ ਜਿਨ੍ਹਾਂ ਨੇ ਹਮੇਸ਼ਾ ਵਾਈਟ ਸਕਿਨ ਨੂੰ ਪ੍ਰਮੋਟ ਕੀਤਾ ਹੈ ਔਰ ਬਲੈਕ ਲਾਈਵਜ਼ ਮੈਟਰ ਇੱਦਾਂ ਦੇ ਜਿਹੜੇ ਐਕਟਿਵਿਸਟ ਨੇ, ਇੱਦਾਂ ਦੇ ਜਿਹੜੇ ਐਜੀਟੇਸ਼ਨ ਨੇ, ਉਹ ਉਹਨਾਂ ਦੀ ਟਾਈਮ ਦੇ ਵਿੱਚ ਹੋਣੇ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਗੱਲ ਹੈ ਕਿਉਂਕਿ ਅਮਰੀਕਨ ਹਿਸਟਰੀ ਰਹੀ ਹੈ ਕਿ ਹਮੇਸ਼ਾ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਦਾਸ ਬਣਾ ਕੇ ਰੱਖਿਆ ਜਾਂਦਾ ਸੀ ਉਹਨਾਂ ਲੋਕਾਂ ਨੂੰ ਜਿਹੜੇ ਚਮੜੀ ਦੇ ਕਾਲੇ ਸੀਗੇ ਔਰ ਲਗਾਤਾਰ ਉਹਨਾਂ ਨਾਲ ਸ਼ੋਸ਼ਣ ਕੀਤਾ ਜਾਂਦਾ ਸੀ। ਪਰ ਹੁਣ ਸਾਈਮ ਜਿਹੜਾ ਹੈ ਉਹ ਇਹ ਬਰਾਬਰੀ ਦਾ ਹੱਕ ਸੀ, ਬਰਾਬਰੀ ਦਾ ਹੱਕ ਮਿਲ ਰਿਹਾ ਸੀ, ਉਹ ਜ਼ਮਾਨੇ ਦੀ ਹਰ ਪੋਸਟ ਦੇ ਉੱਤੇ ਖੜੇ ਸਨ। ਪਰ ਜਦੋਂ ਟਰੰਪ ਸਾਹਿਬ ਆਏ ਨੇ ਉਦੋਂ ਫਿਰ ਮਾਹੌਲ ਵਿਗੜਨਾ ਸ਼ੁਰੂ ਹੋਇਆ ਔਰ ਜਾਰਜ ਫਲੋਇਡ ਦੇ ਨਾਲ ਜੋ ਹੋਇਆ ਇੱਕ ਤਰੀਕੇ ਦੇ ਨਾਲ ਬਹੁਤ ਦੁੱਖ ਦੇਣ ਵਾਲਾ ਹੈ ਇੰਟਰਨੈਸ਼ਨਲ ਕਮਿਊਨਿਟੀ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਕਿ ਰੰਗ ਦੇ ਕਾਲੇ ਨੇ। ਫਿਲਹਾਲ ਇਸੇ ਅਖਬਾਰ ਨੇ ਜਿਹੜੀ ਅਗਲੀ ਖਬਰ ਛਾਪੀ ਹੈ ਉਹ ਬਿਲਕੁਲ President Biden, First Lady, pay respect to the officer brain sickness as US capital. Again ਦੱਸਾਂ ਕਿ ਉਹਨਾਂ ਨੇ ਜਿਹੜਾ ਹੈ ਇੱਕ ਬ੍ਰੇਨ ਸਿਕਨੈਸ ਜਿਹੜੇ ਆਫਿਸਰ ਨੇ ਜਿਹੜੇ 6 ਜਨਵਰੀ ਨੂੰ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀਗਾ ਉਹਨਾਂ ਨੂੰ ਉੱਥੇ ਮੌਤ, ਉਹਨਾਂ ਨੂੰ ਇੱਕ ਸੀਰੀਅਸ ਇੰਜਰੀਜ਼ ਹੋਈਆਂ ਸੀ ਔਰ ਉਸ ਤੋਂ ਬਾਅਦ ਉਹ ਜਿਹੜੇ ਸੀਗੇ ਆਪਣੀ ਜਾਨ 'ਤੇ ਖੇਲ ਕੇ ਉਹਨਾਂ ਨੇ ਬਹੁਤ ਲੋਕਾਂ ਨੂੰ ਬਚਾਇਆ ਔਰ ਇੱਕ ਇੱਦਾਂ ਦੇ ਪ੍ਰਾਊਡ ਆਫਿਸਰ ਨੂੰ ਜਿਹੜਾ ਹੈ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ। ਔਰ ਇਸੇ ਚੀਜ਼ ਨੂੰ ਜਿਹੜਾ ਹੈ ਜੋ ਬਾਈਡਨ ਐਂਡ ਫਸਟ ਲੇਡੀ ਜਿਹੜਾ ਜਿਲ ਬਾਈਡਨ ਹੈ ਉਹਨਾਂ ਨੇ ਹੋਮੇਜ ਪੇ ਕੀਤਾ, ਰਿਸਪੈਕਟ ਪੇ ਕੀਤਾ ਔਰ ਇੱਕ ਤਰੀਕੇ ਦੇ ਨਾਲ ਉਸ ਕੰਟਰੀ ਨੂੰ ਦੱਸਿਆ, ਵਰਲਡ ਬਿਗੇਸਟ ਐਂਡ ਪਾਵਰਫੁਲ ਡੈਮੋਕ੍ਰੇਸੀ ਨੂੰ ਦੱਸਿਆ ਕਿ ਅਸੀਂ ਜਿਹੜਾ ਹੈ ਤੁਹਾਡੇ ਨਾਲ ਖੜੇ ਹਾਂ, ਹਮੇਸ਼ਾ ਤੁਹਾਡੀ ਮਤਲਬ ਜੜ ਦੇ ਵਿੱਚ
ਅਸੀਂ ਬਚ ਕੇ ਰਵਾਂਗੇ ਔਰ ਜੋ ਕੁਝ ਵੀ ਚੰਗਾ ਦੇਸ਼ ਲਈ ਕਰੇਗਾ ਉਹਨੂੰ ਹਮੇਸ਼ਾ ਰਿਸਪੈਕਟਫੁਲੀ ਦੇਖਾਂਗੇ। ਅੱਗੇ ਵਧਦਾ ਹਾਂ ਔਰ ਅੱਗੇ ਇਸੇ ਅਖਬਾਰ ਦੇ ਵਿੱਚ ਜਿਹੜੀਆਂ ਹੋਰ ਸਬ ਹੈਡਲਾਈਨਸ ਨੇ ਉਹ ਹੈ ਰਿਫਟ ਦੀ। ਅਗੇਨ ਉਹ ਸੀਨੇਟਰਸ ਦੇ ਔਰ ਰਿਪਬਲਿਕਨ ਜਿਹੜੇ ਗੱਲ ਕਰ ਰਹੇ ਨੇ ਕਿ ਜਿਹੜਾ ਰਾਹਤ ਪੈਕੇਜ ਹੈ ਉਹ ਘੱਟ ਹੋਣਾ ਚਾਹੀਦਾ ਹੈ, ਜਿੱਥੇ ਜੋ ਬਾਈਡਨ ਕਹਿ ਰਹੇ ਨੇ ਕਿ ਨਹੀਂ ਇਹ ਟ੍ਰਿਲੀਅਨ ਹੋਣਾ ਚਾਹੀਦਾ ਹੈ, ਉਹ ਕਹਿੰਦੇ ਬਿਲੀਅਨ ਹੋਣਾ ਚਾਹੀਦਾ ਹੈ, ਉਸ ਨੂੰ ਲੈ ਕੇ ਹੈਡਲਾਈਨ ਬਣੀ ਹੈ ਐਜ਼ ਰਿਫਟ ਗਰੋਜ਼ GOP senators blast nutty house member. The key Republican leader are seeking to marginalize Republican Marjorie Taylor and Green as extreme while shoring up support for Republican and ਇਸ ਖਬਰ ਨੂੰ ਜਿਹੜਾ ਹੈ ਇਹਨਾਂ ਨੇ ਸਭ ਤੋਂ ਫਰੰਟ ਤੇ ਰੱਖਿਆ ਹੈ। ਇਸ ਤੋਂ ਇਲਾਵਾ ਵੈਕਸੀਨ ਦੀ ਗੱਲ ਹੋਈ ਹੈ ਇਸ ਨਿਊਜ਼ਪੇਪਰ ਦੇ ਵਿੱਚ। ਐਸਟਰਾਜੈਨਕਾ ਵੈਕਸੀਨ ਸ਼ੋਜ਼ ਸਟਰੋਂਗ ਇਫੈਕਟ ਅਗੇਂਸਟ ਵਾਇਰਸ ਵਿਦ ਜਸਟ 1 ਡੋਜ਼। ਉਹਨਾਂ ਨੇ ਕਿਹਾ ਕਿ ਐਸਟਰਾਜੈਨਕਾ ਜਿਹੜੀ ਹੈ ਉਹ ਚੰਗੇ ਰਿਜ਼ਲਟ ਜਿਹੜੇ ਹੈ ਸਟਰੋਂਗ ਰਿਜ਼ਲਟ ਜਿਹੜੇ ਦਿਖਾ ਰਹੀ ਹੈ ਅਗੇਂਸਟ ਵਾਇਰਸ। ਇਸ ਖਬਰ ਨੂੰ ਵੀ ਜਿਹੜਾ ਹੈ ਤਰਜੀਹ ਮਿਲੀ ਹੈ। ਇਸ ਤੋਂ ਬਾਅਦ ਅੱਗੇ ਵਧਦੇ ਹਾਂ। ਇਹ ਸੀ ਅਮਰੀਕਨ ਨਿਊਜ਼ਪੇਪਰ ਜਿਹੜੇ ਕਿ ਕਹਿ ਰਹੇ ਨੇ ਕਿ ਜੋ ਹੋਇਆ ਚੰਗਾ ਨਹੀਂ ਹੋਇਆ ਐਂਡ ਜਿਹੜੇ ਪੁਲਿਸ ਆਫੀਸਰ ਦੀ ਉੱਥੇ ਡੈਥ ਹੋ ਗਈ ਸੀ, ਇੰਜਰੀ ਹੋਈ ਸੀ, ਉਸ ਤੋਂ ਬਾਅਦ ਡੈਥ ਹੋ ਗਈ, ਉਹਨਾਂ ਨੂੰ ਹੋਮੇਜ ਪੇ ਕੀਤਾ ਗਿਆ ਅਮਰੀਕਨ ਪ੍ਰੈਜ਼ੀਡੈਂਟ ਐਂਡ ਫਰਸਟ ਲੇਡੀ ਜਿਲ ਬਾਈਡਨ ਦੇ ਵੱਲੋਂ। ਹੁਣ ਵਧਦੇ ਹਾਂ ਇੰਡੀਅਨ ਨਿਊਜ਼ਪੇਪਰ ਵੱਲ। ਇੰਡੀਅਨ ਨਿਊਜ਼ਪੇਪਰ ਦੇ ਵਿੱਚ ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ ਕੀ ਕਹਿ ਰਹੀ ਹੈ? ਵੈਲ ਇੰਗਲਿਸ਼ ਟ੍ਰਿਬਿਊਨ ਨੇ ਜਿਹੜੀ ਹੈਡਲਾਈਨ ਬਣਾਈ ਹੈ ਉਹ ਬਣਾਈ ਹੈ ਸਿੰਘੂ ਬਾਰਡਰ ਨੂੰ ਲੈ ਕੇ, ਵੱਖਰੇ ਵੱਖਰੇ ਦਿੱਲੀ ਦੇ ਬਾਰਡਰਸ ਨੂੰ ਲੈ ਕੇ ਜਿਹੜੀ ਬੈਰੀਗੇਡਿੰਗ ਹੋ ਗਈ ਹੈ, ਬਹੁਤ ਵੱਡੀ ਬੈਰੀਗੇਡਿੰਗ ਹੋ ਗਈ ਹੈ, ਉਹਦੇ ਉੱਤੇ ਖਬਰ ਬਣਾਈ ਹੈ। ਓਪਨ ਇਟ ਰੇਜ਼ਿਜ਼ ਫਾਰਮ ਸਟੇਅਰ ਆਬਸਟਕ ਪਾਲ ਬਿਜ਼। ਇੱਕ ਪੂਰੀ ਨਿਊਜ਼ ਦੇ ਵਿੱਚ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਇੱਕ ਰੋਸਟ ਹੈ, ਕਿਸਾਨਾਂ ਦੇ ਲਈ ਜੋ ਬੈਰੀਕੇਡਿੰਗ ਕੀਤੀ ਗਈ ਹੈ ਉਸ ਨੂੰ ਡਿਟੇਲ ਦਿੱਤੀ ਹੋਈ ਹੈ। ਸਬ ਹੈਡਲਾਈਨ ਦੀ ਗੱਲ ਕਰਾਂ, ਸਬ ਹੈਡਲਾਈਨ ਦੇ ਵਿੱਚ ਲਿਖਿਆ ਹੈ ਇਨਸਿਸਟ ਔਨ ਡਿਸਕਸ਼ਨ ਔਨ ਰਿਪੀਲ ਆਫ ਲਾਅ ਹਾਊਸ ਇਜ਼ ਅਜਰਨਡ। ਜਿਹੜਾ ਰਾਜ ਸਭਾ ਸੀ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੇ ਬਾਰ-ਬਾਰ ਗੱਲ ਕੀਤੀ ਹੈ ਕਿ ਤੁਸੀਂ ਰੀਪੀਲ ਕਿਉਂ ਨਹੀਂ ਕਰ ਰਹੇ ਹੋ, ਔਰ ਹਾਊਸ ਜਿਹੜਾ ਹੈ ਉਹ ਮੁਲਤਵੀ ਕਰ ਦਿੱਤਾ ਹੈ। ਇਸ ਉੱਤੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ 10 ਟਾਇਰ ਬੈਰੀਕੇਟਿੰਗ ਐਟ ਠੀਕਰੀ ਬਾਰਡਰ ਦੇ ਉੱਤੇ 10 ਟਾਇਰ ਬੈਰੀਕੇਟਿੰਗ ਜਿਹੜੀ ਹੈ ਉਸ ਦੀ ਗੱਲ ਕੀਤੀ ਗਈ ਹੈ। ਇੱਕ ਤਰੀਕੇ ਦੇ ਨਾਲ ਇਹ ਖਬਰ ਜਿਹੜੀ ਹੈ ਲਗਾਤਾਰ ਦੱਸ ਰਹੀ ਹੈ ਕਿ ਕਿਸਾਨਾਂ ਦੇ ਨਾਲ ਸਰਕਾਰ ਕੀ ਕਰ ਰਹੀ ਹੈ। ਲਿਖਿਆ ਹੈ ਪੁਲਿਸ ਡਿਫੈਂਸ ਸੇਫਟੀ ਨੈਟ tractor were used to attack cops on Jan 26. Now barricades have been strengthening to avoid the breach. ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਗੱਲ ਹੋਈ ਹੈ ਉਹ ਕਿਤੇ ਨਾ ਕਿਤੇ ਸਾਰੇ ਪੁਲਿਸ ਵਾਲਿਆਂ ਦੇ ਉੱਤੇ ਹਮਲੇ ਕੀਤੇ ਗਏ ਆ, ਟਰੈਕਟਰ ਜਿਹੜੇ ਆ ਉਹ ਹਮਲੇ ਲਈ ਯੂਜ਼ ਕੀਤੇ ਆ, ਔਰ ਇਹ ਜਿਹੜੀ ਬੈਰੀਕੇਡਿੰਗ ਹੈ ਉਹ ਇਸ ਤਰੀਕੇ ਦੇ ਨਾਲ ਯੂਜ਼ ਕੀਤੀ ਗਈ ਆ ਕਿ ਅੱਗੇ ਤੋਂ ਜਿਹੜਾ ਹੈ ਉਹ ਬੈਰੀਕੇਡਿੰਗ ਨੂੰ ਬ੍ਰੀਚ ਨਾ ਕੀਤਾ ਜਾ ਸਕੇ, ਤੋੜਿਆ ਨਾ ਜਾ ਸਕੇ ਔਰ ਅੱਗੇ ਨਾ ਵਧਿਆ ਜਾ ਸਕੇ। ਖਬਰ ਬਹੁਤ ਇੰਪੋਰਟੈਂਟ ਹੈ ਔਰ ਜਿਹਦੇ ਦੀਆਂ ਪਹਿਲੀਆਂ ਦੋ ਲਾਈਨਾਂ ਪੜ੍ਹਾਂ, ਦ ਸ਼ੈਡੋ ਆਫ ਦ ਫਾਰਮਰ ਐਜੀਟੇਸ਼ਨਸ ਲੂਮਡ ਓਵਰ ਦ ਪਾਰਲੀਮੈਂਟ ਸੈਸ਼ਨ ਵਿਦ ਦ ਬੋਥ ਹਾਊਸਿਸ adjourned with the transaction of business on Tuesday after the opposition stalled the proceedings seeking a stand-alone discussion on issues concerning the farmer. ਦੋਨੋਂ ਹਾਊਸ ਜਿਹੜੇ ਆ ਉਹ ਅਡਜਰਨ ਕਰਨੇ ਪਏ ਕਿਉਂਕਿ ਦੋਨਾਂ ਹਾਊਸਿਸ ਦੇ ਵਿੱਚ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਹ ਕਿਸਾਨਾਂ ਦੇ ਮੁੱਦੇ ਉੱਤੇ ਗੱਲ ਕਰਨ, ਰੀਪੀਲ ਦੇ ਮੁੱਦੇ ਉੱਤੇ ਗੱਲ ਕਰਨ, ਕਾਲੇ ਕਾਨੂੰਨਾਂ ਦੇ ਮੁੱਦੇ ਉੱਤੇ ਗੱਲ ਕਰਨ। ਦੇਖਿਆ ਜਾ ਰਿਹਾ ਕਿ ਇੰਡੀਅਨ ਗਵਰਨਮੈਂਟਸ ਜਿਹੜਾ ਹੈ ਲਗਾਤਾਰ ਰੁਖ ਜਿਹੜਾ ਹੈ ਹਿਪੋਕ੍ਰੇਸੀ ਵੱਲ ਵੱਧ ਰਿਹਾ ਹੈ, ਡੈਮੋਕ੍ਰੇਸੀ ਦਾ ਨਾਮ ਨਹੀਂ ਹੈ। ਜਦੋਂ ਕੋਈ ਡਿਸਕਸ਼ਨ ਦੀ ਗੱਲ ਕਰ ਰਿਹਾ ਹੈ ਤਾਂ ਉਹ ਫੇਵਰੇਬਲ ਡਿਸਕਸ਼ਨ ਵੱਲ ਜ਼ਿਆਦਾ ਵੱਧ ਰਹੇ ਨੇ, ਆਪਣੀ ਮਰਜ਼ੀ ਦੀ ਆਪਣੀ ਪਸੰਦ ਦੀ ਗੱਲ ਜਿਹੜੀ ਹੈ ਉਹਨੂੰ ਅੱਗੇ ਰੱਖਣਾ ਚਾਹੁੰਦੇ ਨੇ, ਨਾ ਕਿ ਉਹ ਗੱਲ ਜਿਹੜੀ ਕਿ ਕਿਸਾਨਾਂ ਦੇ, ਲੋਕ ਦੇ ਔਰ ਦੇਸ਼ ਦੇ ਹਿੱਤ ਦੇ ਵਿੱਚ ਹੋਵੇ। ਸ਼ਾਇਦ ਉਹ ਗੱਲ ਨਹੀਂ ਕਰਨਾ ਚਾਹੁੰਦੀ ਇਹ ਸਰਕਾਰ। ਔਰ ਲਗਾਤਾਰ ਬਹੁਤ ਵੱਡਾ ਜਿਹੜਾ ਇੱਕ ਘਿਨਾਉਣਾ ਰੂਪ ਸਰਕਾਰ ਦਾ ਸਾਹਮਣੇ ਆ ਰਿਹਾ ਹੈ। ਰੇਲ ਦੇ ਜਿਹੜੇ ਟਰੈਕ ਨੇ, ਰੇਲ ਦੇ ਰੂਟਸ ਜਿਹੜੇ ਨੇ ਉਹ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਾਂ ਜੋ ਕਿਸਾਨ ਜਿਹੜੇ ਨੇ ਉਹ ਐਜੀਟੇਸ਼ਨ ਦੇ ਵਿੱਚ ਨਾ ਪਹੁੰਚ ਸਕਣ। ਇਸ ਤੋਂ ਇਲਾਵਾ ਇਸੇ ਤਰੀਕੇ ਦੇ ਨਾਲ ਇਸੇ ਅਖਬਾਰ ਨੇ ਜਿਹੜਾ ਹੈ ਅਗਲੀ ਹੈਡਲਾਈਨ ਜਿਹੜੀ ਬਣੀ ਹੈ ਉਹ ਲਿਖ ਰਹੀ ਹੈ ਚਾਈਨਾ ਦੇ ਨਾਲ ਸੰਬੰਧਿਤ ਹੈ ਔਰ ਉਹ ਲਿਖ ਰਹੇ ਨੇ ਮੋਨੀਟਰਿੰਗ LAC ਸਟੈਂਡ ਆਫ ਬੀਜਿੰਗ ਪਲੇਜ਼ ਬੁਲੀ in the first response to the China-India border standoff. The Biden administration has voiced concern over Beijing's ongoing attempts to intimidate its neighbor and said it was closely monitoring the situation. ਦੇਖੋ ਜਦੋਂ ਦੇ ਬਾਈਡਨ ਸਾਹਿਬ ਆਏ ਨੇ ਸਾਨੂੰ ਸੀਗਾ ਕਿ ਸਾਡੀ ਸਟੇਟਮੈਂਟ ਜਿਹੜੀ ਆਵੇ ਅਸੀਂ ਡਿਫੈਂਸ ਟਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀਆਂ ਕਿਤੇ ਨਾ ਕਿਤੇ ਅਸੀਂ ਕਰ ਵੀ ਚੁੱਕੇ ਹਾਂ। ਸੋ ਕਿਤੇ ਨਾ ਕਿਤੇ ਇਹ ਸਟੇਟਮੈਂਟ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਚੰਗੀ ਸਟੇਟਮੈਂਟ ਹੈ ਜਦੋਂ ਬਾਈਡਨ ਸਾਹਿਬ ਦੀ ਆਉਣੀ ਹੈ ਕਿ ਵੀ ਆਰ ਮੋਨੀਟਰਿੰਗ ਲਾਈਨ ਆਫ ਐਕਚੁਅਲ ਕੰਟਰੋਲ ਔਰ ਇਹਦੇ ਉੱਤੇ ਜੇ ਕੋਈ ਇਨਫਿਲਟ੍ਰੇਸ਼ਨ ਹੁੰਦੀ ਹੈ ਤਾਂ ਉਹਦੇ ਉੱਤੇ ਐਕਸ਼ਨ ਲਿਆ ਜਾਵੇਗਾ। ਅੱਗੇ ਵਧਦੇ ਹਾਂ ਤਾਂ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਹੈ? ਪੰਜਾਬੀ ਟ੍ਰਿਬਿਊਨ ਨੇ ਜਿਹੜੀ ਖਬਰ ਹੈਡਲਾਈਨ ਬਣਾਈ ਹੈ ਉਹ ਲਿਖਿਆ ਹੈ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਮਗਰੋਂ ਹੀ ਗੱਲਬਾਤ ਹੋ ਸਕਦੀ ਹੈ। ਇੰਟਰਨੈਟ ਬੰਦ ਕਰਨ ਅਤੇ ਸੜਕਾਂ ਤੇ ਮੇਖਾਂ ਗੱਡਣ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਿਖੇਧੀ, ਭਾਜਪਾ RSS ਵਰਕਰਾਂ ਰਾਹੀਂ ਅੰਦੋਲਨਕਾਰੀਆਂ ਤੇ ਹਮਲੇ, ਸਰਕਾਰ ਵੱਲੋਂ ਵਿਉਂਤੇ ਕਰਾਰ। ਪੁਲਿਸ ਦੀ ਕੁੱਟਮਾਰ ਦੇ ਸ਼ਿਕਾਰ ਕਿਸਾਨਾਂ ਦੀ ਜਾਂਚ ਲਈ ਮੈਡੀਕਲ ਬੋਰਡ ਬਣਾਉਣ ਦੀ ਮੰਗ, ਕੇਜਰੀਵਾਲ ਸਰਕਾਰ ਨੂੰ ਜੇਲੀ
ਬੰਦ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਗਈ ਹੈ। ਅਰੇ ਇਹ ਸਾਰੀਆਂ ਸਬ ਹੈਡਲਾਈਨਸ ਬਣੀਆਂ ਨੇ ਔਰ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਜਿਹੜਾ ਹੈ ਗੱਲਬਾਤ ਉਦੋਂ ਹੀ ਹੋ ਸਕਦੀ ਹੈ ਜਦੋਂ ਜਿਹੜੇ ਜੇਲ੍ਹ ਦੇ ਵਿੱਚ ਕੀਤੇ ਗਏ ਕੈਦ ਨੇ, ਜਿਨ੍ਹਾਂ ਦੇ ਉੱਤੇ UAPA ਲਗਾ ਦਿੱਤਾ ਹੈ, ਬਹੁਤ ਸਾਰੀਆਂ ਹੋਰ ਧਾਰਾਵਾਂ ਲਾ ਦਿੱਤੀਆਂ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਉਸ ਤੋਂ ਬਾਅਦ ਹੀ ਕੋਈ ਗੱਲਬਾਤ ਹੋ ਸਕਦੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਸਰਕਾਰ ਨੂੰ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਦਿੱਲੀ ਹਿੰਸਾ ਲਈ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਜਦੋਂ ਤੱਕ ਦਿੱਲੀ ਪੁਲਿਸ ਕਿਸਾਨਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਤੰਗ ਕਰਨਾ, ਪਰੇਸ਼ਾਨ ਕਰਨਾ ਬੰਦ ਨਹੀਂ ਕਰ ਦਿੰਦੀ, ਉਦੋਂ ਤੱਕ ਸਰਕਾਰ ਨਾਲ ਕੋਈ ਵੀ ਰਸਮੀ ਗੱਲਬਾਤ ਨਹੀਂ ਹੋਏਗੀ। ਇੱਕ ਬਹੁਤ ਵੱਡੀ ਸਟੇਟਮੈਂਟ ਹੈ ਸੰਯੁਕਤ ਮੋਰਚੇ ਦੇ ਵੱਲੋਂ ਔਰ ਦੇਖਦੇ ਹਾਂ ਕਿ ਗਵਰਨਮੈਂਟ ਇਹਦੇ ਉੱਤੇ ਕੀ ਸਟੈਂਡ ਲੈਂਦੀ ਹੈ। ਇਸ ਤੋਂ ਇਲਾਵਾ ਜਿਹੜੀ ਸਬ ਹੈਡਲਾਈਨ ਹੈ ਬਾਕਸ ਪੌਪ ਲਿਖਿਆ ਹੈ, ਕਿਸਾਨਾਂ ਨੂੰ ਰੋਕਣ ਲਈ ਕੰਡਿਆਲੀ ਕੰਧ ਖੜੀ ਕੀਤੀ। ਇਹ ਵੀ ਇੱਕ ਤਰੀਕੇ ਨਾਲ ਸਬ ਹੈਡਲਾਈਨ ਬਣੀ ਹੈ। ਮਨਦੀਪ ਪੁਨੀਆ ਨੂੰ ਜ਼ਮਾਨਤ ਮਿਲ ਗਈ ਹੈ। ਮਨਦੀਪ ਪੁਨੀਆ ਜਿਹੜੇ ਕਿ ਕਾਰਵਾਂ ਮੈਗਜ਼ੀਨ ਦੇ ਜਰਨਲਿਸਟ ਨੇ। ਇੱਕ ਗੱਲ ਜਿਹੜੀ ਹੈ ਇੱਥੇ ਬਹੁਤ ਵੱਡੀ ਵੇਖਣ ਨੂੰ ਮਿਲ ਰਹੀ ਹੈ ਕਿ ਲਗਾਤਾਰ ਸਰਕਾਰ ਜਿਹੜੀ ਹੈ ਉਹ ਫੇਵਰੇਬਲ ਡਾਇਲੋਗ ਕਰਨ ਦੇ ਹੱਕ ਦੇ ਵਿੱਚ ਤਾਂ ਹੈ। 11 ਰਾਊਂਡ ਆਫ ਟਾਕ ਹੁੰਦੇ ਨੇ, ਪਰ ਉਸ ਤੋਂ ਬਾਅਦ ਵੀ ਕੁਝ ਨਾ ਨਿਕਲੇ ਤੇ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ ਅੱਕ ਜਾਂਦੇ ਨੇ। ਉਹਨਾਂ ਨੂੰ ਲੱਗਦਾ ਕਿ ਕਿਸਾਨ ਸਿਰਫ ਤੇ ਸਿਰਫ ਗੱਲ ਕਰਨ ਲਈ ਐਵੇਂ ਬੁਲਾਏ ਜਾਂਦੇ ਨੇ। ਤੜਵੰਜ ਹੈ, ਇੱਕ ਔਪਚਾਰਿਕਤਾ ਹੈ, ਇੱਕ ਤਰੀਕੇ ਦੇ ਨਾਲ ਉਹ ਚੀਜ਼ ਹੈ ਜਿਹੜੀ ਬਸ ਸਾਨੂੰ ਉਲਝਾ ਕੇ ਰੱਖਿਆ ਜਾਂਦਾ ਹੈ। ਸਰਕਾਰਾਂ ਇਹ ਨਹੀਂ ਸੋਚ ਰਹੀਆਂ ਕਿ ਸ਼ਾਇਦ ਜਿਹੜਾ 2024 ਹੈ ਉਹ ਦੂਰ ਨਹੀਂ ਹੈ, ਕਿਤੇ ਨਾ ਕਿਤੇ ਪਾਸਾ ਬਦਲ ਵੀ ਸਕਦਾ ਹੈ, ਸੱਤਾ ਦੇ ਵਿੱਚ ਕੋਈ ਹੋਰ ਵੀ ਆ ਸਕਦਾ ਹੈ ਤੇ ਫਿਰ ਇਹਨਾਂ ਦੇ ਲਈ ਬਹੁਤ ਵੱਡਾ ਚੈਲੰਜ ਹੋਏਗਾ। ਐਂਡ ਇਸ ਤੋਂ ਇਲਾਵਾ ਜੇ ਮਨਦੀਪ ਪੁਨੀਆ ਦੀ ਗੱਲ ਕੀਤੀ ਜਾਵੇ ਤਾਂ ਮਨਦੀਪ ਪੁਨੀਆ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਫ੍ਰੀਲਾਂਸ ਪੱਤਰਕਾਰ ਮਨਦੀਪ ਪੁਨੀਆ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਇਹ ਇੱਕ ਬਹੁਤ ਵੱਡੀ ਖਬਰ ਹੈ ਸਾਡੇ ਸਾਰਿਆਂ ਲਈ, ਕਿਉਂਕਿ ਅਸੀਂ ਲਗਾਤਾਰ ਗੱਲ ਕਰ ਰਹੇ ਸੀ ਕਿ ਉਹਨਾਂ ਲੋਕਾਂ ਨੂੰ ਚੱਕ ਲਿਆ ਜਾਂਦਾ ਹੈ ਜਿਹੜੇ ਕਿਸਾਨਾਂ ਦੀ ਹਮਾਇਤ ਕਰਦੇ ਨੇ, ਜਿਹੜੇ ਇੰਡੀਪੈਂਡੈਂਸ ਜਰਨਲਿਜ਼ਮ ਦੇ ਬਾਰੇ ਗੱਲ ਕਰ ਰਹੇ ਨੇ। ਫਿਲਹਾਲ ਅੱਗੇ ਵਧਦਾ ਹਾਂ ਤੇ ਇਸੇ ਅਖਬਾਰ ਨੇ ਜਿਹੜੀ ਅਗਲੀ ਹੈਡਲਾਈਨ ਬਣਾਈ ਹੈ ਉਹ ਬਣਾਈ ਹੈ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਸਾਰੀਆਂ ਪਾਰਟੀਆਂ ਇਕਜੁੱਟ। ਵਿਧਾਨ ਸਭਾ 'ਚ ਮੁੜ ਲਿਆਂਦਾ ਜਾਵੇਗਾ ਖੇਤੀ ਸੋਧ ਬਿੱਲ। ਭਾਜਪਾ ਮੀਟਿੰਗ 'ਚ ਹੋ ਗਿਆ ਹਾਜ਼ਰ, ਆਪ ਵੱਲੋਂ ਵਾਕਆਊਟ। ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਲਵਾਂਗੇ ਕੈਪਟਨ। ਸਰਵਦਲੀय ਬੈਠਕ ਹੋਈ ਹੈ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਸਾਰੀਆਂ ਸਟੇਟਮੈਂਟ ਆਉਣਗੀਆਂ। ਇੱਕ ਤਰੀਕੇ ਦੇ ਨਾਲ ਚਲੋ ਚੰਗੀ ਇੱਕ ਹੈਲਦੀ ਸਟੇਟਮੈਂਟਸ ਵਾਪਸ ਆਉਂਦੀ ਹੈ, ਕੱਢੀ ਜਾਂਦੀ ਹੈ ਸਰਵਦਲੀय ਬੈਠਕ ਦੇ ਵਿੱਚੋਂ। ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ਤੇ ਪੰਜਾਬ ਭਵਨ ਵਿੱਚ ਹੋਈ ਸਰਬ ਪਾਰਟੀ ਮੀਟਿੰਗ 'ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਸਭ ਸਿਆਸੀ ਪਾਰਟੀਆਂ ਨੇ ਕੇਂਦਰ ਸਰਕਾਰ ਦੀ ਇਕਜੁੱਟ ਹੋਣ ਦਾ ਸੁਨੇਹਾ ਦੇ ਦਿੱਤਾ ਹੈ। ਕੇਂਦਰ ਦੇ ਖਿਲਾਫ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਇਕਜੁੱਟ ਜਿਹੜਾ ਹੋ ਕੇ ਕੰਮ ਕਰਾਂਗੇ ਔਰ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਆਪਣੇ ਪੰਜਾਬ ਦੇ ਨਾਲ ਆ ਔਰ ਹਰ ਬੰਦੇ ਦੇ ਨਾਲ ਜਿਹੜਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੈ ਔਰ ਗੱਲ ਕਰ ਰਿਹਾ ਹੈ ਕਿ ਇਹ 3 ਕਾਲੇ ਕਾਨੂੰਨ ਰੱਦ ਕੀਤੇ ਜਾਣ ਔਰ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹਨੂੰ ਯਕੀਨੀ ਬਣਾ ਕੇ ਉਹਦੇ 'ਤੇ ਖਰੀਦ ਵੀ ਯਕੀਨੀ ਬਣਾਈ ਜਾਵੇ। ਫਿਲਹਾਲ ਇਹ ਸੀ ਪੰਜਾਬੀ ਟ੍ਰਿਬਿਊਨ। ਅੱਗੇ ਵਧਦਾ ਹੈ ਤਾਂ ਦੇਖਦਾ ਕਿ ਹਿੰਦੁਸਤਾਨ ਟਾਈਮਸ ਕੀ ਲਿਖਦੀ ਹੈ। HT ਦੀ ਪ੍ਰੈਜੈਂਟੇਸ਼ਨ ਨੂੰ ਮੈਂ ਹਮੇਸ਼ਾ ਸਲਾਹੁਣਾ ਆ ਔਰ ਅੱਜ ਇਹਨਾਂ ਨੇ ਬਹੁਤ ਸਾਰੀਆਂ ਫੋਟੋਜ਼ ਲਾਈਆਂ ਹੈ ਔਰ ਕਿਵੇਂ ਦੱਸਿਆ ਹੈ ਕਿ ਗਾਜ਼ੀਪੁਰ ਬਾਰਡਰ ਦੇ ਵਿੱਚ ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ ਬੈਰੀਗੇਡਿੰਗ ਕੀਤੀ ਹੈ। ਜਿਹੜੀ ਫੋਟੋ ਲਾਈ ਹੈ ਉਹ ਕਿਤੇ ਨਾ ਕਿਤੇ ਦਿਖਾ ਰਹੀ ਹੈ ਕਿ ਕਿਵੇਂ ਬੱਚੇ ਜਿਹੜੇ ਸਕੂਲ ਜਾਂਦੇ ਬੱਚੇ ਨੇ ਉਹ ਆਪਣਾ ਸਾਈਕਲ ਜਿਹੜਾ ਹੈ ਕੰਡਿਆਲੀ ਤਾਰ ਤੋਂ ਟਪਾ ਰਹੇ ਨੇ। ਇਨਹਿਊਮਨ ਹੈ। ਕੰਡਿਆਲੀ ਤਾਰ ਤਾਂ ਅਸੀਂ ਕਿਤੇ ਵੀ ਲਾਉਣਾ ਸੋਚਦੇ ਨਹੀਂ ਹੈ ਕਿਉਂਕਿ ਇਹ ਬਹੁਤ ਵੱਡੀ ਇੱਕ ਤਰੀਕੇ ਨਾਲ ਖਤਰਨਾਕ ਗੱਲ ਹੈ। ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤਾਂ ਸਰਾਸਰ ਇੱਥੇ ਉਹਨਾਂ ਲੋਕਾਂ ਦੇ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ ਔਰ ਮੈਂ ਹਮੇਸ਼ਾ ਕਹਿੰਦਾ ਕਿ ਇੰਟਰਨੈਸ਼ਨਲ ਏਜੰਸੀਜ਼ ਨੂੰ ਅੱਗੇ ਆਉਣਾ ਚਾਹੀਦਾ ਹੈ, ਇਸ ਗੱਲ ਦੇ ਉੱਤੇ ਇੱਕ ਸਖਤ ਨੋਟਿਸ ਲੈਣਾ ਚਾਹੀਦਾ ਹੈ। ਫਿਲਹਾਲ ਇਹਦੇ 'ਚ ਵੱਖਰੀਆਂ ਜਿਹੜੀਆਂ ਪੇਪਰਸ ਦੇ ਵਿੱਚ ਬਹੁਤ ਸੋਹਣੀਆਂ ਫੋਟੋਜ਼ ਲੱਗੀਆਂ ਨੇ। Delhi police have gone on a security overdrive after January 26 violence during the tractor rally, virtually cutting off the farm protest sites on the outskirts of city and sparking long traffic jam in around the central Delhi with blockade and barricade. Here we see the concrete blocks, ring road near Pragati Maidan. So ਕਿਤੇ ਨਾ ਕਿਤੇ ਗਵਰਨਮੈਂਟ ਜਿਹੜੀ ਹੈ ਹੁਣ ਕਿਤੇ ਨਾ ਕਿਤੇ ਹੁਣ ਜਿਹੜੀ ਮੋਦੀ ਗਵਰਨਮੈਂਟ ਹੈ ਕੋਝੀਆਂ ਗੰਦੀਆਂ ਹਰਕਤਾਂ ਦੇ ਉੱਤੇ ਨਹੀਂ ਚੜਾਈ ਹੈ ਕਿਉਂਕਿ ਇਹ ਬਹੁਤ ਤਰੀਕੇ ਦੇ ਨਾਲ ਕਹਿੰਦੇ ਕਿ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਹੈ। ਹੁਣ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਣ ਰਿਹਾ ਹੈ, ਇਸ ਲਈ ਗਵਰਨਮੈਂਟ ਚਾਹੁੰਦੀ ਹੈ ਕਿਤੇ ਨਾ ਕਿਤੇ ਇਸ ਪ੍ਰੈਸ਼ਰ ਨੂੰ ਹੱਲ ਜਾਂ ਰੋਕਿਆ ਜਾਂ ਕਿਤੇ ਨਾ ਕਿਤੇ ਘਟਾਇਆ ਜਾਵੇ। ਨਵਾਂ ਜ਼ਮਾਨਾ ਨੇ ਜਿਹੜੀ ਹੈਡਲਾਈਨ ਬਣਾਈ ਹੈ ਉਹ ਪੰਜਾਬ ਭਵਨ ਦੇ ਵਿੱਚ ਹੋਈ ਮੀਟਿੰਗ ਨੂੰ ਲੈ ਕੇ ਬਣਾਈ ਹੈ। ਇਸ ਲੜਾਈ 'ਚ ਅਸੀਂ ਸਾਰੇ ਇਕਜੁੱਟ ਹਾਂ, ਇਹ ਹੈ ਹੈਡਲਾਈਨ ਔਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਲੜਾਈ ਵਿੱਚ ਆਪਾਂ ਸਾਰੇ ਇਕਜੁੱਟ ਹਾਂ ਦੇ ਦਿੱਤੇ ਗਏ ਸੰਦੇਸ਼ ਨਾਲ ਮੰਗਲਵਾਰ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ ਇੱਕ ਅਜਿਹੇ ਨਿਵੇਕਲਿਆਂ ਮੌਕਾ ਹੋ ਨਿਬੜਿਆ ਜਿਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਜਿਹੜੇ ਪਰਸਨਲ ਨੇ ਆਪਣੇ ਪੋਲੀਟੀਕਲ ਮਤਭੇਦ ਬਣਾ ਕੇ ਇੱਕ ਇਕੱਠੇ ਮੰਚ ਦੇ ਉੱਤੇ ਆ ਕੇ ਇਹ ਸੱਦਾ ਦਿੱਤਾ। ਹਾਲਾਂਕਿ BJP ਇਸ ਮੀਟਿੰਗ ਦੇ ਵਿੱਚ ਨਹੀਂ ਆਈ
ਲਈ ਔਰ ਇਹ ਕਿਤੋਂ ਕੀ ਪ੍ਰਤੱਖ ਸੀ ਕਿਉਂਕਿ ਬੀਜੇਪੀ ਦਾ ਲਗਾਤਾਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵਿਰੋਧ ਹੋ ਰਿਹਾ ਔਰ ਕਿਤੇ ਨਾ ਕਿਤੇ ਉਹ ਚਾਹੁੰਦੀ ਸੀ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਨਾ ਆਈਏ। ਕੇਂਦਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਅੱਗੇ ਵਧਦਾ ਹਾਂ, ਇਸੇ ਹੀ ਪੇਪਰ ਦੇ ਵਿੱਚ ਜਿਹੜੀ ਅਗਲੀ ਹੈਡਲਾਈਨ ਹੈ ਉਹ ਤਾਰਾਬੰਦੀ ਬਨਾਮ ਰੋਟੀ ਬੰਦੀ ਹੈ। ਡਕੈਤ ਜਿਹੜੇ ਨੇ ਰਾਕੇਸ਼ ਟਕੈਤ ਨੇ ਗਾਜ਼ੀਪੁਰ ਬਾਰਡਰ ਤੇ ਬੈਠੇ ਨੇ ਔਰ ਲਗਾਤਾਰ ਉਹਨਾਂ ਨੂੰ ਕਿਲਾਬੰਦੀ ਕਰ ਲਈ ਹੈ। ਅਸੀਂ ਦੇਖਿਆ ਕਿ 10 ਟੀਅਰਸ ਜਿਹੜੀ ਹੈ ਬੈਰੀਕੇਡਿੰਗ ਹੋਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਉਹ ਇੱਕ ਫੋਟੋ ਵਾਇਰਲ ਹੁੰਦੀ ਹੈ ਜਿਸ ਫੋਟੋ ਦੇ ਵਿੱਚ ਜਿਹੜਾ ਹੈ ਜਿੱਥੇ ਉਹਨਾਂ ਨੇ ਚੇਤਾਵਨੀ ਲਿਖੀ ਹੈ ਸਰਕਾਰ ਨੇ ਕਿ ਇੱਥੋਂ ਅੱਗੇ ਆਉਣਾ ਮਨਾ ਹੈ ਜਾਂ ਕਿਸੇ ਤਰੀਕੇ ਦੇ ਨਾਲ ਬ੍ਰੀਚ ਕਰਨਾ ਨਹੀਂ ਹੈ। ਉੱਥੇ ਬਹਿ ਕੇ ਉਹ ਅਣਛਕ ਰਹੇ ਨੇ ਔਰ ਦੱਸ ਰਹੇ ਨੇ ਕਿ ਇਹ ਅੱਜ ਸਾਨੂੰ ਤਾਲਾਬੰਦੀ ਯਾਨੀ ਕਿ ਸਾਨੂੰ ਕਿਲਾਬੰਦੀ ਅੰਦਰ ਰੱਖ ਰਹੇ ਨੇ, ਕੱਲ੍ਹ ਜਿਹੜਾ ਹੈ ਇਹ ਸਾਨੂੰ ਸਾਡੀ ਜਿਹੜੀ ਰੋਟੀ ਬੰਦ ਹੈ ਉਹ ਵੀ ਕਰਨ ਨੂੰ ਫਿਰਦੇ ਨੇ, ਪਰ ਅਸੀਂ ਡਟੇ ਹੋਵਾਂਗੇ। ਅੱਜ ਜਿਹੜਾ ਇੱਕ ਸੰਕੇਤ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ ਤੱਕ ਇਉਂ ਹੀ ਡਟੇ ਰਹਾਂਗੇ। ਇੱਕ ਬਹੁਤ ਵੱਡੀ ਗੱਲ ਹੈ ਕਿਸਾਨੀ ਅੰਦੋਲਨ ਦੇ ਲਈ। ਫਿਲਹਾਲ ਇਹ ਸੀ ਅੱਜ ਦੀਆਂ ਅਖਬਾਰਾਂ ਕੀ ਕਹਿ ਰਹੀਆਂ ਸੀ। ਮੈਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦਾ ਰਹਾਂਗਾ ਔਰ ਅਪਡੇਟਸ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।